ਉਸ ਦੇ ਨਾਲ ਇੱਕ ਬਿੱਲ ਹੋਰ ਜਿਹੜੀ ਜੰਮੂ ਕਸ਼ਮੀਰ ਦੇ ਵਿੱਚੋਂ ਪੰਜਾਬੀ ਭਾਸ਼ਾ ਜਿਹੜੀ ਆ ਉਸ ਨੂੰ ਜਿਹੜਾ ਆ ਹਟਾ ਦਿੱਤਾ ਗਿਆ ਆ। ਸੋ ਉਹਦੇ ਉੱਤੇ ਵੀ ਸਾਈਨ ਜਿਹੜੇ ਆ ਉਹ ਕਰ ਦਿੱਤੇ ਗਏ ਆ। ਸੋ ਦੋਨੋਂ ਹੀ ਬਿੱਲ ਪੰਜਾਬ ਦੇ ਬਾਰੇ ਦੇ ਵਿੱਚ ਜਿਹੜੇ ਰਾਸ਼ਟਰਪਤੀ ਵੱਲੋਂ ਸਾਈਨ ਕੀਤੇ ਗਏ ਆ, ਬਹੁਤ ਹੀ ਇੱਕ ਮੰਦਭਾਗੀ ਘਟਨਾ ਵੀ ਕਹਿ ਸਕਦੇ ਹਾਂ। ਤੇ ਜਿਨ੍ਹਾਂ ਦੇ ਬਿੱਲਾਂ ਦੇ ਖਾਸ ਤੌਰ ਤੇ ਖੇਤੀ ਨਾਲ ਸੰਬੰਧ ਸੀਗਾ, ਉਹਨਾਂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਦੇ ਚੱਲਦਿਆਂ ਹੋਇਆਂ ਵੀ ਇਹ ਆਸ ਸੀਗੀ ਕਿ ਰਾਸ਼ਟਰਪਤੀ ਸਾਈਨ ਨਹੀਂ ਕਰਨਗੇ, ਪਰ ਉਹਨਾਂ ਵੱਲੋਂ ਸਾਈਨ ਜਿਹੜੇ ਆ ਉਹ ਕਰ ਦਿੱਤੇ ਗਏ। ਸੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਆ। ਸੋ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਇੱਥੇ ਕਿਸਾਨਾਂ ਵੱਲੋਂ ਜਿਹੜਾ ਅੱਜ ਯੂਥ ਨੂੰ ਬੁਲਾਇਆ ਗਿਆ ਆ ਕਿ ਵੱਡੇ ਪੱਧਰ ਦੇ ਉੱਤੇ ਯੂਥ ਜਿਹੜਾ ਅੱਜ ਪਹੁੰਚੇ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਭਗਤ ਸਿੰਘ ਨੂੰ ਬਹੁਤ ਫਾਲੋ ਕਰਦੀ ਹੈ। ਸੋ ਤੁਸੀਂ ਦੇਖ ਸਕਦੇ ਇਸ ਵੇਲੇ ਸਟੇਜ ਜਿਹੜੀ ਆ ਉਹ ਚੱਲ ਰਹੀ ਆ ਤੇ ਪਿੱਛੇ ਦੂਰ ਤੱਕ ਜਿਹੜੇ ਕਿਸਾਨ ਆ ਉਹ ਬੈਠੇ ਆ ਤੇ ਲਗਾਤਾਰ ਯੂਥ ਜਿਹੜਾ ਆ ਹੁਣ ਆਉਣਾ ਜਿਹੜਾ ਆ ਉਹ ਸ਼ੁਰੂ ਹੋ ਰਿਹਾ ਆ ਤੇ ਇੱਥੇ ਅੱਜ ਭਾਰੀ ਇਕੱਠ ਜਿਹੜਾ ਆ ਉਹ ਯੂਥ ਦਾ ਵੀ ਹੋਣਾ ਆ। ਸੋ ਦੂਸਰੇ ਪਾਸੇ ਗੱਲ ਕਰੀਏ, ਕਿਸਾਨ ਜਿਹੜੇ ਆ ਉਹਨਾਂ ਦਾ ਸੰਘਰਸ਼ ਪੰਜਾਬ ਭਰ ਦੇ ਵਿੱਚ ਚੱਲ ਰਿਹਾ ਤੇ ਨਾਲ ਹੀ ਹਰਿਆਣੇ ਦੇ ਵਿੱਚ ਵੀ ਕੱਲ੍ਹ ਹਰਿਆਣੇ ਦੇ ਜਿਹੜੇ ਖੇਤੀ ਮੰਤਰੀ ਆ ਉਹਨਾਂ ਨੂੰ ਵੀ ਕਿਸਾਨਾਂ ਨੇ ਕੱਲ੍ਹ ਕਾਲੇ ਝੰਡੇ ਦਿਖਾਏ ਆ ਤੇ ਨੰਗੇ ਧੜ ਉਹਨਾਂ ਦੇ ਗਾੜੀ ਨਾਅਰੇਬਾਜ਼ੀ ਕੀਤੀ ਆ। ਸੋ ਲਗਾਤਾਰ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਆ ਉਹ ਚੱਲ ਰਹੇ, ਪਰ ਸਰਕਾਰ ਅਜੇ ਫਿਲਹਾਲ ਕਿਸੇ ਵੀ ਆਪਣੀ ਗੱਲ ਤੋਂ ਪਿਛਾਂਹ ਹਟਣ ਨੂੰ ਤਿਆਰ ਜਿਹੜੀ ਆ ਉਹ ਨਹੀਂ ਆ। ਸੋ ਕਿਸਾਨ ਜਿਹੜੇ ਆ ਉਹ ਉਹਨਾਂ ਨੇ ਅਗਲਾ ਪ੍ਰੋਗਰਾਮ ਕੀ ਉਲੀਕਿਆ ਆ, ਜਾਂ ਹੁਣ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਦੇ ਵਿੱਚ ਬਿੱਲ ਜਿਹੜਾ ਉਹ ਕਾਨੂੰਨ ਦਾ ਰੂਪ ਲੈ ਲਏਗਾ। ਸੋ ਹੁਣ ਇਹ ਦੇਖਣਾ ਹੋਏਗਾ ਕਿ ਕਿਸਾਨ ਕੀ ਰਣਨੀਤੀ ਜਿਹੜੀ ਆ ਉਹ ਉਲੀਕਦੇ ਆ। ਇੱਥੇ ਕੁਝ ਨੌਜਵਾਨ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਜਾਂ ਗਾਂ ਇਹ ਕੀ ਰਣਨੀਤੀ ਉਲੀਕੀ ਜਾ ਰਹੀ ਹੈ, ਜਾਂ ਇਹ ਜਿਹੜਾ ਹੁਣ ਰਾਸ਼ਟਰਪਤੀ ਵੱਲੋਂ ਸਾਈਨ ਕੀਤਾ ਗਿਆ ਇਹਨੂੰ ਕਿਤੇ ਚੈਲੰਜ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਖੇਤੀ ਬਿੱਲ ਰੱਦ ਕਰਾ ਕੇ ਰਹਾਂਗੇ ਰਾਜ ਦੇ ਦਲਾਲ ਭਾਰਤੀ ਹਾਕਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਆਮ ਰਾਜ ਦੇ ਦਲਾਲ ਭਾਰਤੀ ਹਾਕਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨ ਮਜ਼ਦੂਰ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ। ਭਗਤ ਸਿੰਘ ਤੇ ਕਾਲੇ ਅਧੂਰੇ ਭਗਤ ਸਿੰਘ ਭਗਤ ਸਿੰਘ ਦੀ ਸੋਚ ਨੂੰ ਲਾ ਖਿਲਾਫ ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੁੰਡੇ ਵਿਰੋਧ ਦੇ ਵਿੱਚ ਆਰਡੀਨੈਂਸ ਜਾਰੀ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ। ਬਾਦਲ ਮੋਦੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਬਿਜਲੀ ਐਕਟ ਸੋਧ ਬਿੱਲ ਪਾਸ ਕਰਨ ਵਾਲਾ ਮੋਦੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਤਿੰਨ ਬਿੱਲ ਆਰਡੀਨੈਂਸ ਜਾਰੀ ਕਰਨ ਵਾਲਾ ਮੋਦੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਾਰਪੋਰੇਟ ਘਰਾਣਿਆਂ ਦੇ ਕੋਲ ਨਹੀਂ ਜਾਣ ਦਿਆਂਗੇ ਨਹੀਂ ਜਾਣ ਦਿਆਂਗੇ ਨਹੀਂ ਜਾਣ ਦਿਆਂਗੇ। ਆਰਡੀਨੈਂਸ ਵਾਪਸ ਕਰਾ ਕੇ ਰਹਾਂਗੇ ਜਦ ਤੱਕ ਆਰਡੀਨੈਂਸ ਵਾਪਸ ਨਹੀਂ ਹੁੰਦੇ ਲੜਦੇ ਰਹਾਂਗੇ। ਸੋ ਬਿਲਕੁਲ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਆ ਤੇ ਯੂਥ ਜਿਹੜਾ ਆ ਉਹ ਕਿਸਾਨਾਂ ਦੇ ਇਕੱਠ ਦੇ ਵਿੱਚ ਸ਼ਾਮਲ ਹੋ ਰਿਹਾ ਆ। ਤੁਸੀਂ ਦੇਖ ਸਕਦੇ ਹੋ ਇੱਥੇ ਕਿ ਜਿਹੜੇ ਨੌਜਵਾਨ ਨੇ ਉਹ ਆ ਰਹੇ ਨੇ ਇੱਥੇ ਤੇ ਲਗਾਤਾਰ ਜਿਹੜਾ ਇਕੱਠ ਕਿਸਾਨਾਂ ਦਾ ਆ ਉਹਦੀ ਰੌਣਕ ਜਿਹੜੀ ਆ ਉਹ ਵੱਧ ਰਹੀ ਆ। ਤੇ ਅੱਜ ਸਾਰਾ ਦਿਨ ਜਿਹੜਾ ਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਯੂਥ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਆ। ਕਿਸਾਨਾਂ ਦਾ ਸੰਘਰਸ਼ ਅੱਜ ਚੌਥੇ ਦਿਨ ਦੇ ਵਿੱਚ ਪਹੁੰਚ ਚੁੱਕਾ ਆ। 24 ਤਰੀਕ ਤੋਂ ਇਹ ਸੰਘਰਸ਼ ਜਿਹੜਾ ਰੇਲ ਟਰੈਕ ਜਾਮ ਕਰਨ ਦਾ ਸੀਗਾ, ਅੱਜ 28 ਤਰੀਕ ਜਿਹੜੀ ਆ ਉਹ ਹੋ ਗਈ ਆ। ਮੇਰੇ ਨਾਲ
ਗੁਰਸ਼ਰਨ ਸਿੰਘ ਸੋਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦੇ ਕੀ ਵਿਚਾਰ ਨੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ, ਜਾਂ ਜਿਵੇਂ ਰਾਸ਼ਟਰਪਤੀ ਵੱਲੋਂ ਕੱਲ੍ਹ ਦੇ ਸਾਈਨ ਜਿਹੜੇ ਆ ਉਹ ਕਰ ਦਿੱਤੇ ਗਏ ਨੇ। ਸੋ ਸੋਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਲ ਸਾਹਿਬ, ਕੀ ਕਹਿਣਾ ਚਾਹੋਗੇ? ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀਗਾ, ਆਸ ਸੀਗੀ ਕਿ ਰਾਸ਼ਟਰਪਤੀ ਜਿਹੜੇ ਆ ਉਹ ਸਾਈਨ ਨਹੀਂ ਕਰਨਗੇ, ਪਰ ਜਦੋਂ ਹੁਣ ਕੱਲ੍ਹ ਦੇ ਸਾਈਨ ਕਰ ਦਿੱਤੇ ਆ, ਤਾਂ ਤੁਹਾਡਾ ਕੀ ਸੋਚਣਾ ਆ? ਤੁਸੀਂ ਨੌਜਵਾਨ ਜੇ, ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ, ਜਾਂ ਕਿਤੇ ਚੈਲੰਜ ਕੀਤਾ ਜਾ ਸਕਦਾ ਇਸ ਚੀਜ਼ ਨੂੰ? ਇੱਕ ਤਾਂ ਸਾਰੇ ਭਰਾਵਾਂ ਨੂੰ ਅਸੀਂ ਤੇ ਬਜ਼ੁਰਗਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬੜੇ ਵਧੀਆ ਢੰਗ ਨਾਲ ਆਪਾਂ ਕਹਿ ਸਕਦੇ ਹਾਂ ਕਿ ਭਾਜਪਾ ਸਰਕਾਰ ਨੇ ਇਸ ਬਿੱਲ ਨੂੰ ਇੱਕ ਲੋਕਤੰਤਰ ਦੇ ਕੰਬਲ ਦੇ ਵਿੱਚ ਵਲੇਟਿਆ, ਅਤੇ ਫਿਰ ਉਸ ਨੂੰ ਇਹਨਾਂ ਨੇ ਆਪਣਾ ਜੋ ਭਾਰਤ ਦੇ ਰਾਸ਼ਟਰਪਤੀ ਸਾਹਿਬ ਆ ਉਹਨਾਂ ਦੇ ਕੋਲੋਂ ਇੱਕ ਮਾਨਤਾ ਦਿਵਾਈ। ਸੋ ਉਸ ਤੋਂ ਮਗਰੋਂ ਹੁਣ ਜਿੱਥੇ ਇਹ ਸੰਘਰਸ਼ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਸੀ ਡਿਸਪਲਿਨ ਦੇ ਨਾਲ, ਉੱਥੇ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਹੁਣ ਇਸ ਸੰਘਰਸ਼ ਨੂੰ ਬਹੁਤ ਜ਼ਿਆਦਾ ਗੰਭੀਰਤਾ ਤੇ ਸੰਜੀਦਗੀ ਤੇ ਇਸ ਨੂੰ ਇੱਕ ਜੁਡੀਸ਼ਰੀ ਦੇ ਪੱਖੋਂ ਵੀ ਵੇਖਣਾ ਪਵੇਗਾ। ਜਿੱਥੇ ਕਿਸਾਨ ਵੀਰ ਭਰਾ ਸਾਡੇ ਨੌਜਵਾਨ ਤੇ ਬਜ਼ੁਰਗ ਦਿਨ ਰਾਤ ਇਸ ਸੰਘਰਸ਼ ਨੂੰ ਲੈ ਕੇ ਚਿੰਤਾ ਵਿੱਚ ਆ, ਤੇ ਆਪਣੇ ਘਰ-ਬਾਰ ਛੱਡ ਕੇ ਤੁਸੀਂ ਵੇਖ ਸਕਦੇ ਆ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਤੇ ਰੇਲਵੇ ਟਰੈਕ ਦੇ ਉੱਤੇ ਦਿਨ ਰਾਤ ਇਹ ਆਪਣਾ ਜਿਹੜਾ ਸਮਾਂ ਟਪਾ ਰਹੇ ਆ। ਪਰ ਇਹਨਾਂ ਨੂੰ ਨਿਰਾਸ਼ਾ ਇੱਥੋਂ ਹੋ ਗਈ ਜਦੋਂ ਰਾਸ਼ਟਰਪਤੀ ਸਾਹਿਬ ਵੱਲੋਂ ਇਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ ਤੇ ਇਹ ਬਿੱਲ ਜਿਹੜਾ ਭਾਰਤ ਭਰ ਦੇ ਵਿੱਚ ਇੱਕ ਕਾਨੂੰਨ ਦੇ ਵਜੋਂ ਲਾਗੂ ਕਰਤਾ। ਹੁਣ ਅਗਲੀ ਇਹਦੀ ਰਣਨੀਤੀ ਤਾਂ ਇਹ ਹੋ ਸਕਦੀ ਆ ਕਿ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਦੀ ਜਿਹੜੀ ਸਰਕਾਰ ਮੌਜੂਦਾ ਵਾ, ਕਾਂਗਰਸ ਸਰਕਾਰ, ਜਾਂ ਐਨਡੀਏ ਨਾਲੋਂ ਗਠਬੰਧਨ ਦੇ ਵਿੱਚੋਂ ਬਾਹਰ ਆ ਚੁੱਕੀ ਬਾਦਲ ਸਰਕਾਰ, ਆਮ ਆਦਮੀ ਅਤੇ ਹੋਰ ਜਿਹੜੇ ਸਿਆਸੀ ਫਰੰਟ ਪੰਜਾਬ ਦੇ ਵਿੱਚ ਆਏ ਆ, ਇਹਨਾਂ ਨੂੰ ਇੱਕ ਆਪਣੀ ਹਉਮੈ ਤੋਂ ਬਾਹਰ ਨਿਕਲ ਕੇ ਇੱਕ ਸਾਂਝਾ ਮੰਚ ਤਿਆਰ ਕਰਕੇ ਉੱਥੇ ਇਸ ਮਸਲੇ ਦੀ ਵਿਉਂਤ ਕਰਨ ਵਾਸਤੇ ਆਪਣੇ ਤੌਰ ਤੇ ਪਹਿਲੋਂ ਆਪਣੇ ਆਪ ਨੂੰ ਇਸ ਮਸਲੇ ਵਿੱਚ ਸਮਰਪਿਤ ਕਰਨ, ਜੋ ਇਸ ਮਸਲੇ ਦੇ ਗਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੇਟ ਵਰਸਸ ਜੋ ਆਪਾਂ ਕਹਿ ਸਕਦੇ ਹਾਂ ਦੇਸ਼ ਦੇ ਮਾਹਿਰ ਕਾਨੂੰਨ, ਜਿਹੜੇ ਸੂਬੇ ਦੇ ਅਧਿਕਾਰਾਂ ਦੇ ਮਾਹਿਰ ਕਾਨੂੰਨਾਂ ਦੇ ਜਿਹੜੇ ਵਕੀਲਾਂ ਦਾ ਪੈਨਲ ਆ, ਉਹ ਤਿਆਰ ਕੀਤਾ ਜਾਵੇ। ਤੇ ਜਿਹੜੀ ਇਹ ਸੰਘਰਸ਼ ਦੀ ਨੀਤੀ ਆ, ਇਹ ਸਿਰਫ ਕਿਸਾਨਾਂ ਦੇ ਹੱਥ 'ਚ ਦਿੱਤੀ ਜਾਵੇ। ਠੀਕ ਆ, ਪੋਲੀਟੀਕਲ ਪਾਰਟੀਆਂ ਦੀ ਸਪੋਰਟ ਦੀ ਵੱਡੀ ਜ਼ਰੂਰਤ ਆ, ਪਰ ਸਿਰਫ ਸਪੋਰਟ ਦੀ ਜ਼ਰੂਰਤ ਆ, ਨਾ ਕਿ ਕਿਸਾਨਾਂ ਨੂੰ ਇੱਕ ਵੋਟ ਬੈਂਕ ਵਜੋਂ ਸਮਝ ਕੇ ਵਰਤਿਆ ਜਾਵੇ। ਸੋ ਸੁਪਰੀਮ ਕੋਰਟ ਦੇ ਵਿੱਚ ਇਹਦੇ ਨੂੰ ਚੈਲੰਜ ਕੀਤਾ ਜਾ ਸਕਦਾ ਵਾ, ਆਰਟੀਕਲ ਜਿਹੜੇ ਹੈਗੇ ਸੰਵਿਧਾਨ ਦੇ ਵਿੱਚ 131 ਦੇ ਅਧੀਨ। ਪਰ ਉਸ ਤੋਂ ਵੱਧ ਕਿਤੇ ਫਿਕਰ ਦੀ ਗੱਲ ਆ ਕਿ ਜੇ ਆਰਟੀਕਲ ਹੈ ਆ ਤੇ ਆਰਟੀਕਲ ਇਹ ਵੀ ਹੈਗੇ ਆ ਕਿ ਤੁਸੀਂ ਜਿਹੜੇ ਗਵਰਨਰ ਰਾਜ ਵੀ ਸਟੇਟ ਦੇ ਵਿੱਚ ਲਾਗੂ ਕਰ ਸਕਦੇ ਆ। ਸਟੇਟ ਦੇ ਜਿਹੜੇ ਭਾਰਤ ਦੀ ਕੋਲ ਸੈਂਟਰ ਕੋ ਇੰਨੇ ਹੱਕ ਆ ਕਿ ਉਹ ਸਟੇਟ ਦੇ ਵਿੱਚ ਅਨੇਕਾਂ ਮਤੇ ਆਪਣੇ ਵੱਲੋਂ ਵੀ ਪਾਸ ਕਰ ਸਕਦੀ ਆ। ਸੋ ਜਿੱਦਾਂ ਅਸੀਂ ਪੁਰਾਣੀ ਗੱਲ ਕਰੀਏ ਤੇ ਪਾਣੀਆਂ ਦੀ ਵੰਡ ਸਮੇਂ ਵੀ ਆਰਟੀਕਲ ਜਦੋਂ ਰੀਆਰਗੇਨਾਈਜੇਸ਼ਨ ਐਕਟ ਪਾਸ ਕੀਤਾ ਤਾਂ ਇਹਨਾਂ 78, 79 ਤੇ 80 ਦੀ ਜਿਹੜੇ ਕਲੌਜ਼ ਉਹ ਪਾ ਦਿੱਤੇ ਸੀ। ਸੋ ਉਸ ਸਮੇਂ ਵੀ ਕਿਤੇ ਨਾ ਕਿਤੇ ਸੂਬਾ ਸਰਕਾਰ ਜਾਂ ਸਮੇਂ-ਸਮੇਂ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ, ਉਹਨਾਂ ਦਾ ਇਹਨਾਂ ਆਰਟੀਕਲ ਜਾਂ ਪਾਣੀਆਂ ਦੇ ਮਸਲੇ ਨੂੰ ਵੇਖ ਕੇ ਗੈਰ ਜ਼ਿੰਮੇਵਾਰ ਤਰੀਕੇ ਦੇ ਨਾਲ ਕੇਸਾਂ ਦੀ ਪੈਰਵਾਈ ਕੀਤੀ ਗਈ। ਸੋ ਇਹੀ ਡਰ ਦਾ ਵਿਸ਼ਾ ਬਹੁਤ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਜਥੇਬੰਦੀਆਂ, ਜੇ ਉਹ ਉਹਨਾਂ ਦੇ ਹੱਥ 'ਚ ਕਮਾਂਡ ਆਉਂਦੀ ਆ ਕਿ ਉਹ ਪਾਣੀਆਂ ਦੇ ਮਸਲੇ ਵਾਂਗੂ ਕਿਸਾਨੀ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੀ ਆ, ਜਾਂ ਪਾਣੀਆਂ ਦੇ ਮਸਲੇ ਵਾਂਗੂ ਇਹਨੂੰ ਇੱਕ ਸਿਰਫ ਤੇ ਸਿਰਫ ਪੋਲੀਟੀਕਲ ਸਟੰਟ ਵਜੋਂ 5 ਸਾਲਾਂ ਦੀ ਵੋਟਾਂ ਵਾਸਤੇ ਵਰਤਿਆ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਜਿਹੜੀ ਸਰਕਾਰ ਆ ਉਹ ਕੋਈ ਇਸ ਤਰ੍ਹਾਂ ਦਾ ਰਿਸਕ ਜਿਹੜਾ ਲਵੇਗੀ, ਜਿਵੇਂ ਤੁਸੀਂ ਕਰ ਰਹੇ ਹੋ ਕਿ ਗਵਰਨਰ ਰਾਜ ਜਿਹੜਾ ਆ ਉਹ ਵੀ ਲਾਗੂ ਕੀਤਾ ਜਾ ਸਕਦਾ ਜੇ ਸੈਂਟਰ ਦੀ ਨਹੀਂ ਮੰਨੀ ਜਾਂਦੀ, ਜਾਂ ਪੰਜਾਬ 'ਚ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਆ ਕਿ ਇਸ ਬਿੱਲ ਦੇ ਵਿਰੋਧ ਦੇ ਵਿੱਚ ਸਰਕਾਰ ਵੀ ਜੇਕਰ ਚਲੀ ਜਾਂਦੀ ਹੈ? ਬਿਲਕੁਲ ਗਿੱਲ ਸਾਹਿਬ, ਇਹ ਤਾਂ ਪੰਜਾਬ ਸਰਕਾਰ ਲਈ ਹੁਣ ਇੱਕ ਮਸਲਾ ਨਹੀਂ, ਇੱਕ ਗਲੇ 'ਚ ਫਸਿਆ ਹੋਇਆ ਤੰਦ ਆ। ਹੁਣ ਮਜਬੂਰੀ ਆ ਸਰਕਾਰ ਦੀ, ਚਾਹੇ ਉਹ ਵਿਰੋਧੀ ਧਿਰ ਗਿਣ ਲਓ, ਚਾਹੇ ਆਪਣੇ ਛੋਟੇ ਜਿਹੜੇ ਡੈਮੋਕ੍ਰੈਟਿਕ ਦਲ ਨਵੇਂ ਆ ਉਹ ਗਿਣ ਲਓ, ਚਾਹੇ ਬਾਦਲ ਸਾਹਿਬ ਦੀ ਪਾਰਟੀ ਹੋਵੇ ਜਾਂ ਕੈਪਟਨ ਸਾਹਿਬ ਦੀ। ਹੁਣ ਇਹਨਾਂ ਨੂੰ ਇਹ ਕਰਨਾ ਪੈਣਾ। ਕਿਉਂ? ਕਾਰਨ ਇੱਕ ਆ, ਜਦੋਂ ਇਹ ਬਜਟ ਦੇ ਵਿੱਚ ਜਾਂ ਇਹ ਆਰਡੀਨੈਂਸ ਪਾਸ ਹੁੰਦੇ ਆ, ਉਦੋਂ ਇਹਨਾਂ ਦੀ ਚੁੱਪੀ ਦੇ ਰੂਪ 'ਚ ਸਾਇਲੈਂਟ ਸਪੋਰਟ ਰਹੀ ਆ। ਠੀਕ ਆ, ਇਹਨਾਂ
ਅਸਿੱਧੇ ਰੂਪ 'ਚ ਹਮਾਇਤ ਵੀ ਕੀਤੀ ਆ। ਹੁਣ ਕਿਸਾਨਾਂ ਦੇ ਮਸਲੇ ਉੱਠਣ ਤੋਂ ਬਾਅਦ ਇਹ ਜਿਹੜੀਆਂ ਰਾਜਨੀਤਿਕ ਧਿਰਾਵਾਂ ਇਹ ਡਗਮਗਾ ਗਈਆਂ ਕਿ ਕਿਸਾਨਾਂ ਦਾ ਸੰਘਰਸ਼ ਲੋਕ ਲਹਿਰ ਦੇ ਵਜੋਂ ਸਾਹਮਣੇ ਆਉਣ ਦਿਆ। ਸੋ ਕਿਤੇ ਨਾ ਕਿਤੇ ਇਹਨਾਂ ਦੀ ਮਜਬੂਰੀ ਵੀ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਫਰਜ਼ ਵੀ ਬਣਦਾ। ਪੰਜਾਬ ਦੀ ਮਿੱਟੀ ਦੇ ਲੋਕ ਆ, ਪੰਜਾਬ ਦੇ ਲੋਕਾਂ ਦੀਆਂ ਇਹ ਵੋਟਾਂ ਲੈ ਕੇ ਸਰਕਾਰ ਬਣੀ ਆ। ਸੋ ਇਹਨਾਂ ਨੂੰ ਇਸ ਜਿਹੜਾ ਕਿਸਾਨ ਸੰਘਰਸ਼ ਹੈ ਉਹਦੀ ਹਮਾਇਤ ਪਰ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ। ਇਹ ਨਹੀਂ ਕਿ ਅਸੀਂ ਇੱਕ ਵੱਖਰਾ ਪਲੇਟਫਾਰਮ ਆਪਣੀ ਸਟੇਜ ਸਜਾ ਕੇ ਉੱਥੋਂ ਅਸੀਂ ਜੇਕਰ ਅਸੀਂ ਅਕਾਲੀ ਦਲ ਦੇ ਬੰਦੇ ਆ ਤਾਂ ਅਸੀਂ ਕਾਂਗਰਸ ਨੂੰ ਭੰਡੀ ਜਾਈਏ, ਅਸੀਂ ਆਮ ਆਦਮੀ ਨੂੰ ਭੰਡੀ ਜਾਈਏ, ਪੰਜਾਬ ਦੀ ਗੱਲ ਕਰਦੇ ਆ, ਤੇ ਅਸੀਂ ਆਪਣੀ ਹੋਰ ਛੋਟੇ ਦਲਾਂ ਨੂੰ ਭੰਡੀ ਜਾਈਏ। ਪਰ ਨਹੀਂ, ਇੱਥੇ ਮਸਲਾ ਇਹ ਆ ਕਿ ਇਹ ਮਸਲਾ ਕੇਂਦਰ ਸਰਕਾਰ ਦਾ ਵਾ। ਸੋ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਦੇ ਬਾਰੇ ਆ ਉਹਦੇ ਬਾਰੇ ਡਟਵਾਂ ਵਿਰੋਧ ਕਰਨ ਵਾਸਤੇ ਇੱਕ ਤਾਂ ਬਹੁਤ ਵੱਡਾ ਲੰਬਾ ਸੰਘਰਸ਼ ਚੱਲੂਗਾ। ਮੈਂ ਸਮਝਦਾ ਕਿ ਇਹ ਹੁਣ 10-15 ਦਿਨਾਂ ਦੀ ਗੱਲ ਨਹੀਂ ਰਹਿ ਗਈ। ਜਿਹੜਾ ਬਿੱਲ ਕਾਨੂੰਨ ਦੇ ਵਜੋਂ ਪਾਸ ਕਰ ਦਿੱਤਾ ਜਾਵੇ, ਦੇਖੋ ਇੱਥੇ ਈਗੋ ਦੀ ਪ੍ਰੋਬਲਮ ਆ ਜਾਂਦੀ ਆ। ਸਰਕਾਰ ਨੇ ਇਹ ਬਿੱਲ ਨੂੰ ਲਿਫਾਫੇ 'ਚ ਪਾਇਆ, ਲੋਕਤੰਤਰ ਦੇ ਸਾਹਮਣੇ ਥੋਪ ਦਿੱਤਾ ਵਾ, ਤੇ ਜੇ ਇਹਨੂੰ ਵਾਪਸ ਲੈਂਦੀ ਆ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਸਰਕਾਰ ਫਿਰ ਆਉਂਦੀ ਆ। ਸਰਕਾਰ ਆਪਣੀਆਂ ਵੋਟਾਂ ਨੂੰ ਇੱਕ ਪਾਸੇ ਸੁੱਟ ਕੇ ਕੇਂਦਰ ਸਰਕਾਰ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਉੱਤੇ ਬਿੱਲ ਜਿਹੜਾ ਇਹ ਕਾਨੂੰਨ ਦੇ ਤੌਰ ਤੇ ਥੋਪਤਾ, ਜਦ ਕਿ ਭਾਰਤ ਭਰ ਦੇ ਵਿੱਚ ਕਿਸਾਨਾਂ ਦੀ ਵੋਟ ਗਿਣਤੀ ਬਹੁਤ ਜ਼ਿਆਦਾ ਆ ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ। ਸੋ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਿੰਮੇਵਾਰੀ ਦੇ ਨਾਲ ਨਾਲ ਇਮਾਨਦਾਰੀ ਦਾ ਫਰਜ਼ ਵੀ ਉਹਨਾਂ ਨੂੰ ਇਸ ਟਾਈਮ ਵੰਗਾ ਰਿਹਾ ਕਿ ਪਿਛਲੇ ਤਕਰੀਬਨ 47 ਦੀ ਵੰਡ ਤੋਂ ਬਾਅਦ ਇਹਨਾਂ ਸਿਰਫ ਪੰਜਾਬ ਨੂੰ ਲੁਟਾਇਆ ਤੇ ਲੁੱਟਿਆ ਰਲ ਮਿਲ ਕੇ। ਸੋ ਹੁਣ ਸਮਾਂ ਇਸ ਪੱਧਰ ਦਾ ਆ ਗਿਆ, ਪੰਜਾਬ ਦੇ ਕੋਲ ਜਵਾਨੀ ਨਹੀਂ ਬਚੀ, ਪੰਜਾਬ ਕੋਲ ਕੋਈ ਵੀ ਆਪਣਾ ਐਜੂਕੇਸ਼ਨ ਢਾਂਚਾ ਸਟਰੋਂਗ ਨਹੀਂ ਬਚਿਆ ਸਿਵਾਏ ਆਈਲੈਟਸ ਸੈਂਟਰਾਂ ਦੇ। ਪੰਜਾਬ ਦੇ ਕੋਲ ਕੋਈ ਰੋਜ਼ਗਾਰ ਦਾ ਸਟੇਟ ਦਾ ਆਧਾਰਾ ਨਹੀਂ ਬਚਿਆ, ਪੰਜਾਬ ਦੇ ਕੋਲ ਪਾਣੀ ਨਹੀਂ ਬਚਿਆ, ਪੰਜਾਬ ਦੇ ਕੋਲ ਬੋਲੀ ਨਹੀਂ ਬਚੀ, ਹੋਰ ਸਾਡੇ ਕੋਲ ਮਗਰ ਬਚਿਆ ਕੀ ਲੁਟਾਉਣ ਵਾਲਾ। ਸੋ ਹੁਣ ਇਹ ਫਰਜ਼ ਇੱਕ ਇਕੱਠੇ ਮੰਚ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਚਾਹੀਦਾ, ਬਟ ਉਹਦੇ ਨਾਲ ਨਾਲ ਇਹ ਕਮਾਂਡ ਕਿਸਾਨਾਂ ਦੀ ਹੋਣੀ ਚਾਹੀਦੀ ਹੈ, ਉਹਦਾ ਹਮਾਇਤ ਕਰਨੀ ਚਾਹੀਦੀ ਹੈ ਜੀ। ਯੂਥ ਨੂੰ ਕੀ ਕਹਿਣਾ ਚਾਹੋਗੇ? ਬੜੀ ਚਰਚਾ ਛਿੜਦੀ ਆ ਕਿ ਯੂਥ ਜਿਹੜਾ ਆ ਉਹ ਅਜਿਹੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਨਹੀਂ ਆਉਂਦਾ, ਘੱਟ ਨਜ਼ਰ ਆਇਆ ਆ, ਪਰ ਪਿਛਲੇ ਦਿਨਾਂ ਤੋਂ ਉਹਨਾਂ ਦੀ ਸ਼ਮੂਲੀਅਤ ਕਾਫੀ ਜਿਹੜੀ ਆ ਉਹ ਰਹੀ ਵੀ ਆ। ਹਾਂ ਜੀ, ਇੱਕ ਇਹ ਮਸਲਾ ਸੀ ਸਾਰਿਆਂ ਦਾ ਉਲਾਂਭਾ ਸੀ, ਖਾਸ ਕਰਕੇ ਮਾਪਿਆਂ ਤੋਂ ਲੈ ਕੇ ਅਨੇਕਾਂ ਹੋਰ ਸਟੇਟਾਂ ਦੇ ਵਿੱਚ ਇੱਕ ਰਿਊਮਰ ਬੜਾ ਵੱਡਾ ਸੀ, ਜੋ ਸੱਚ ਵੀ ਆ ਕਿ ਨੌਜਵਾਨੀ ਨਸ਼ੇ ਨੇ ਖਾ ਲਈ, ਪੰਜਾਬੀਆਂ ਦੀ ਖਾ ਲਈ। ਸਾਨੂੰ ਮਾਰ ਮਾਰੀ ਆ ਨਸ਼ੇ ਦੇ ਨਾਲ ਨਾਲ ਮਾਈਗ੍ਰੇਸ਼ਨ ਨੇ, ਜਿਹੜੇ ਸਾਡੇ ਵੀਰ ਰੋਜ਼ਗਾਰ ਦੇ ਲਈ ਆਪਣਾ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ 'ਚ ਗਏ ਮਜਬੂਰੀ ਵੱਸ ਹੋ ਕੇ। ਕਿਸਾਨ ਪਰਿਵਾਰ ਆਪਣੇ ਪੈਲੀਆਂ ਨੂੰ ਗਹਿਣੇ ਪਾ ਕੇ, ਜਦੋਂ ਪੈਦਾਵਾਰ ਕੁਛ ਨਹੀਂ, ਚੰਗਾ ਮੁੱਲ ਨਹੀਂ ਮਿਲਣਾ, ਸਾਰੀ ਰਸਾਇਣਿਕ ਖੇਤੀ ਕਰ ਰਹੇ ਆ, ਉਹ ਜੋ ਖਾ ਰਹੇ ਆ ਜ਼ਹਿਰ ਦੇ ਰੂਪ 'ਚ ਖਾ ਰਹੇ ਆ। ਯੂਥ ਨੇ ਜਿਹੜਾ ਇਸ ਨਵੇਂ ਉੱਠੇ ਸ਼ਲਾਬ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਮੈਂ ਸਮਝਦਾ ਕਿਤੇ ਨਾ ਕਿਤੇ ਇਹ ਇਹਨਾਂ ਦੇ ਖੂਨ ਦੇ ਵਿੱਚ ਆ। ਇਹੀ ਸੰਘਰਸ਼ 14ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ, ਜਦੋਂ ਬਾਬਰ ਜਿਹੜਾ ਮੁਗਲ ਹਾਕਮ ਆ ਭਾਰਤ ਨੂੰ ਲੁੱਟਣ ਵਾਸਤੇ ਆਇਆ ਤੇ ਬਾਬਾ ਨਾਨਕ ਸੀ ਜਿਨ੍ਹਾਂ ਨੇ ਵਿਰੋਧ ਕੀਤਾ। ਇਹ ਉਹੀ ਸੰਘਰਸ਼ ਆ, ਗਾਂ ਸਾਡੇ ਪੰਜਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਤੱਤੀ ਤਵੀ ਤੇ ਬਹਿ ਕੇ। ਫਿਰ ਨੌਵੇਂ ਪਾਤਸ਼ਾਹ ਨੇ ਧਾਰਮਿਕ ਸਮਾਜਿਕ ਸਮਾਨਤਾਵਾਂ ਤੇ ਰਾਜਨੀਤਿਕ ਧੱਕੇ ਦਾ ਵਿਰੋਧ ਕਰਦੇ ਦਿੱਲੀ ਜਾ ਕੇ ਆਪਣਾ ਬਲੀਦਾਨ ਦਿੱਤਾ। ਸੋ ਇਸ ਸੰਘਰਸ਼ ਦੇ ਤੋਂ, ਇਸ ਇਤਿਹਾਸ ਤੋਂ ਸੇਧ ਲਈ ਹੋਈ ਨੌਜਵਾਨਾਂ ਨੇ, ਚਾਹੇ ਉਹ ਠੀਕ ਹੈ ਸਮੇਂ ਦੇ ਦੌਰਾਨ ਉਹ ਆਪਣਾ ਮਾਡਰਨ ਕਲਚਰ ਅਡਾਪਟ ਕਰਕੇ ਨਕਾਰ ਚੁੱਕੇ ਸੀ, ਪਰ ਜਦੋਂ ਗੱਲ ਆ ਜਾਂਦੀ ਆ ਤੁਹਾਡੇ ਹੋਂਦ ਉੱਤੇ, ਤੁਹਾਡੇ ਮਿੱਟੀ ਉੱਤੇ, ਤੁਹਾਡੇ ਸੂਪੇ ਉੱਤੇ, ਤੇ ਨੌਜਵਾਨਾਂ ਨੇ ਇਹਦੇ ਵਿੱਚ ਚੰਗਾ ਆਪਣਾ ਯੋਗਦਾਨ ਪਾਇਆ। ਤੇ ਇੱਕ ਵੱਡੀ ਅਪੀਲ ਇਹ ਹੈ ਕਿ ਡਿਸਪਲਿਨ ਜਿਹੜਾ ਮੈਂ ਬਾਰ-ਬਾਰ ਪਹਿਲਾਂ ਵੀ ਆਪਣੇ ਇੰਟਰਵਿਊ 'ਚ ਕਹਿ ਬੈਠਾ ਤੇ ਹੁਣ ਵੀ ਮੈਂ ਕਹਿ ਰਿਹਾ ਵਾਂ, ਮੈਨੂੰ ਕੋਈ ਇਹਦੇ ਵਿੱਚ ਝਿਜਕ ਨਹੀਂ ਆ, ਨੌਜਵਾਨ ਭਰਾ ਡਿਸਪਲਿਨ ਜ਼ਰੂਰ ਰੱਖਣ, ਇਹੋ ਜਿਹਾ ਕੋਈ ਸਟੈਪ ਨਾ ਚੁੱਕਣ ਕਿ ਸਰਕਾਰ ਨੂੰ ਉਹਨਾਂ ਦੇ ਉੱਤੇ ਲਾਠੀਚਾਰਜ ਕਰਨ ਦਾ, ਉਹਨਾਂ ਦੇ ਝੂਠੇ ਮੁਕੱਦਮੇ ਦਰਜ ਕਰਨ ਦਾ ਮੌਕਾ ਮਿਲੇ। ਡਿਸਪਲਿਨ ਰੱਖਣ, ਰਣਨੀਤੀ ਰੱਖਣ, ਤੇ ਇੱਕ ਦਿਸ਼ਾ ਜਿਹੜੀ ਹੈ ਨਾ ਉਹ ਟਿੱਚ ਕੇ ਰੱਖੀ ਜਾਵੇ ਕਿ ਇਹ ਜਿਹੜੇ ਬਿੱਲ ਸਾਡੇ ਉੱਤੇ ਕਾਨੂੰਨ ਦੇ ਰੂਪ 'ਚ ਥੋਪੇ ਗਏ ਆ, ਉਹਨਾਂ ਦਾ ਸਾਨੂੰ ਇਹਦਾ ਸਾਰਥਿਕ ਢੰਗ ਲੱਭ ਕੇ ਇਹਦਾ ਹੱਲ ਕਰਨਾ ਚਾਹੀਦਾ। ਸੋ ਨੌਜਵਾਨ ਭਰਾ ਹਾਜ਼ਰੀ ਭਰ ਰਹੇ ਆ, ਬੜੀ ਖੁਸ਼ੀ ਦੀ ਗੱਲ ਹੈ। ਅੱਜ ਤੁਸੀਂ ਵੇਖੋ ਇੱਥੇ ਵੀ ਕਿਸਾਨ ਵੀਰਾਂ ਨੇ ਆਪਣਾ ਕਾਲ ਕੀਤੀ ਤੇ ਉਹ ਆਪਣਾ ਸੁਨੇਹਾ ਲਾਇਆ, ਬੀਬੀਆਂ ਪਹੁੰਚੀਆਂ ਕੱਲ, ਅੱਜ ਨੌਜਵਾਨ ਵੀਰ ਵੀ ਪਹੁੰਚੇ ਆ। ਸੋ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਿਛਲੇ ਸਮਿਆਂ ਤੋਂ ਸੰਘਰਸ਼ ਦੇ ਵਿੱਚ, ਬਟ ਹੁਣ ਸਥਿਤੀ ਬੜੀ ਡਾਵਾਂਡੋਲ ਆ, ਕੇਂਦਰ ਕੋਲ ਐਕਸਟ੍ਰੀਮ ਪਾਵਰ ਆ, ਉਹ ਕਿਸੇ ਵੀ ਤਰੀਕੇ ਨਾਲ ਕਿਤੇ ਨਾ ਕਤਾਰ ਪੀਡੋ ਕਰ ਸਕਦੀ ਹੈ। ਸੋ ਇਹ ਸੁਚੇਤ ਰਹਿਣਾ ਚਾਹੀਦਾ ਵਾ ਕਿ ਤੁਹਾਡੀ ਹਰ ਪੱਖੋਂ ਤੋਂ ਚੀਜ਼ਾਂ ਤੇ ਤੁਹਾਡੀਆਂ ਐਕਟੀਵਿਟੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।
ਬਿਲਕੁਲ ਸਾਰੇ ਪਾਸਿਆਂ ਤੋਂ ਸੀਆਈਡੀ ਜਾਂ ਹੋਰ ਸਾਰੇ ਤਰੀਕਿਆਂ ਤੋਂ ਜਿਹੜੀ ਆ ਉਹ ਦੇਖਿਆ ਜਾ ਰਿਹਾ ਕਿ ਕੀ ਇੱਥੇ ਹੋ ਰਿਹਾ ਆ, ਕੀ ਕੁਝ ਕੀਤਾ ਜਾ ਰਿਹਾ, ਕੌਣ ਕੀ ਬੋਲ ਰਿਹਾ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਯੂਥ ਜਿਹੜਾ ਆ ਉਹ ਆਉਣਾ ਸ਼ੁਰੂ ਹੋ ਗਿਆ ਆ ਤੇ ਅੱਜ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਜਿਹੜਾ ਅੱਗੇ ਬੈਠੇ ਹੋਏ ਆ ਯੂਥ ਵਰਗ ਜਿਹੜਾ ਉਹ ਬੈਠਾ ਹੋਇਆ। ਸੋ ਇਹੀ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਪੰਜਾਬ ਦੀ ਖੇਤੀ ਨੂੰ ਨਾ ਹੜੱਪ ਲੈਣ। ਸੋ ਇਹਨਾਂ ਚੀਜ਼ਾਂ ਦੀ ਚਿੰਤਾ ਵਜੋਂ ਜਿਹੜਾ ਆ ਉਹ ਕੱਲ ਇੱਥੇ ਸਮੁੱਚੀਆਂ ਸਾਡੀਆਂ ਭੈਣਾਂ ਮਾਤਾਵਾਂ ਆਈਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆ ਉਹ ਪਹੁੰਚੀਆਂ, ਸ਼ਾਮਲ ਹੋਈਆਂ। ਸੋ ਕਾਰਪੋਰੇਟ ਦੀ ਗੱਲ ਕਰੀਏ ਤਾਂ ਅਸੀਂ ਹੁਣ ਜਦੋਂ ਨੈਸ਼ਨਲ ਹਾਈਵੇਜ਼ ਜਿਹੜੇ ਆ ਉਹਨਾਂ ਦੇ ਉੱਤੋਂ ਜਦੋਂ ਲੰਘਦੇ ਆ ਤਾਂ ਉਹ ਪੈਸਾ ਲੈ ਤੋਂ ਬਿਨਾ ਸੜਕ ਨਹੀਂ ਪਾਰ ਕਰਨ ਦਿੰਦੇ। ਸੋ ਇਵੇਂ ਹੀ ਜਿਹੜਾ ਆ ਇਹਨਾਂ ਕਾਨੂੰਨਾਂ ਦੇ ਨਾਲ ਕਿਸਾਨ ਦੀ ਜ਼ਮੀਨ ਦੇ ਉੱਤੇ ਹੋਵੇਗਾ। ਇਸੇ ਕਰਕੇ ਹੀ ਲਗਾਤਾਰ ਜਿਹੜਾ ਇਹ ਪ੍ਰਦਰਸ਼ਨ ਆ, ਇਹ ਰੇਲ ਟਰੈਕ ਜਾਮ ਕੀਤਾ ਹੋਇਆ ਆ, ਇਹ ਚੱਲ ਰਿਹਾ ਆ। ਸੋ ਕਿਸਾਨ ਆਗੂ ਵੀ ਜਿਹੜੇ ਆ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪ੍ਰੋਗਰਾਮ ਦੀ ਅਗਲੀ ਰੂਪਰੇਖਾ ਕੀ ਹੈ, ਕਿਉਂਕਿ ਰਾਸ਼ਟਰਪਤੀ ਦੇ ਜਿਹੜੇ ਸਾਈਨ ਆ ਉਹ ਹੋ ਚੁੱਕੇ ਨੇ। ਇਹ ਸੋਚਿਆ ਜਾ ਰਿਹਾ ਸੀ ਕਿ ਰਾਸ਼ਟਰਪਤੀ ਦੇ ਸਾਈਨ ਜਿਹੜੇ ਉਹ ਨਹੀਂ ਹੋਣਗੇ, ਪਰ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਦੇ ਵਿੱਚ ਹੁਣ ਅਗਲੀ ਰੂਪਰੇਖਾ ਜਿਹੜੀ ਆ ਉਹ ਕੀ ਉਲੀਕੀ ਜਾਂਦੀ ਆ ਉਹ ਵੀ ਅੱਜ ਜਾਣਾਂਗੇ। ਕਿ ਮੋਦੀ ਜਿਹੜਾ ਵਾ ਉਹ ਪਛਾਣ ਜਾਊਗਾ ਵੀ ਤੁਹਾਡੀ ਜਿਹੜੀ ਜਿੱਤ ਆ ਉਹ ਯਕੀਨੀ ਆ। ਇਸ ਗੱਲ ਦਾ ਇਨਕਲਾਬ ਦੀ ਤੱਕੜੀ ਲੈ ਕੇ ਸੱਚ ਤੇ ਝੂਠ ਰਿਹਾ ਤੋਲ, ਇਨਕਲਾਬ ਦੀ ਤੱਕੜੀ ਲੈ ਕੇ ਸੱਚ ਤੇ ਝੂਠ ਰਿਹਾ ਤੋਲ।